Hello friends, welcome to Pahadi Boy Classes. अंडमान निकोबार ਦੇ ਕਬੀਲੇ ਸਫ਼ਰਨਾਮਾ ਅੱਜ ਬਰਜਿੰਦਰ ਸਿੰਘ ਹਮਦਰਦ ਦੀ ਰਚਨਾ ਹੈ। ਇਸ ਵਿੱਚ ਲੇਖਕ ਨੇ ਅੰਡੇਮਾਨ ਤੇ ਨਿਕੋਬਾਰ ਦੇ ਕਬੀਲਿਆਂ ਬਾਰੇ ਜਾਣਕਾਰੀ ਦਿੱਤੀ ਹੈ। ਲੇਖਕ ਅਨੁਸਾਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹਾਂ ਦੀ ਸੁੰਦਰਤਾ ਦਾ ਸੰਬੰਧ ਬਿਆਨ ਕਰਨ ਨਾਲੋਂ ਮਾਣਨ ਨਾਲ ਵਧੇਰੇ ਹੈ। ਅੰਡੇਮਾਨ ਦੀਪ ਸਮੂਹ ਵਿੱਚ 4 ਛੋਟੇ ਟਾਪੂ ਹਨ ਜਿਨ੍ਹਾਂ ਦਾ ਕੁੱਲ ਘੇਰਾ 219 ਮੀਲ ਹੈ। ਇਹਨਾਂ ਦੀ ਚੌੜਾਈ 32 ਮੀਲ ਹੈ। ਇਹਨਾਂ ਵਿੱਚੋਂ ਬਹੁਤ ਪ੍ਰਸਿੱਧ ਟਾਪੂ ਉੱਤਰੀ, ਮਿਡਲ ਅਤੇ ਦੱਖਣੀ ਅੰਡੇਮਾਨ ਹਨ ਜਿਨ੍ਹਾਂ ਨੂੰ ਗੇਟ ਅੰਡੇਮਾਨ ਕਿਹਾ ਜਾਂਦਾ ਹੈ। ਨਿਕੋਬਾਰ ਟਾਪੂਆਂ ਦਾ ਰਕਬਾ 635 ਵਰਗ ਮੀਲ ਹੈ ਜਿਸ ਵਿੱਚ ਇਕੱਲੇ ਗੇਟ ਨਿਕੋਬਾਰ ਦਾ ਇਲਾਕਾ 333 ਵਰਗ ਮੀਲ ਹੈ। ਉੱਤਰੀ ਸਿਰੇ ਤੋਂ ਦੱਖਣੀ ਸਿਰੇ ਤੱਕ ਇਹ 160 ਮੀਲ ਹੈ। ਲਿਟਲ ਅੰਡੇਮਾਨ ਅਤੇ ਕਾਰ ਨਿਕੋਬਾਰ ਵਿੱਚ 60 ਮੀਲਾਂ ਦਾ ਫਾਸਲਾ ਹੈ। ਨਿਕੋਬਾਰ ਟਾਪੂਆਂ ਵਿੱਚੋਂ ਗ੍ਰੇਟ ਨਿਕੋਬਾਰ ਅਤੇ ਕਾਰ ਨਿਕੋਬਾਰ ਹੀ ਮਸ਼ਹੂਰ ਹਨ। ਇਹਨਾਂ ਵਿੱਚੋਂ ਕਾਰ ਨਿਕੋਬਾਰ ਵਧੇਰੇ ਮਹੱਤਵਪੂਰਨ ਹੈ ਜਿਸ ਦਾ ਰਕਬਾ 49 ਮੀਲ ਦੇ ਲਗਭਗ ਹੈ। ਇਸ ਦੀ ਮਿੱਟੀ ਬਹੁਤ ਉਪਜਾਊ ਹੈ ਤੇ ਇਹ ਸਾਰਾ ਹੀ ਨਾਰੀਅਲ ਦੇ ਰਿਆਨ ਨਾਲ ਭਰਿਆ ਹੋਇਆ ਹੈ। ਹਰ ਟਾਪੂ ਦੀ ਆਪਣੀ ਵਿਲੱਖਣਤਾ ਹੈ। ਕਈਆਂ ਵਿੱਚ ਝੀਲਾਂ ਹਨ, ਕਈਆਂ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਹੈ, ਕਈਆਂ ਵਿੱਚ ਉੱਪਰਲੇ ਰੁੱਖ ਪਸ਼ੂ ਤੇ ਪੰਛੀ ਵੀ ਵੱਖਰੀ ਤਰ੍ਹਾਂ ਦੇ ਹਨ। ਗ੍ਰੇਟ ਅੰਡੇਮਾਨੀ ਕਬੀਲਾ ਗੇਟ ਅੰਡੇਮਾਨੀ ਕਬੀਲਾ ਪਹਿਲਾਂ ਪੋਰਟ ਬਲੇਅਰ ਤੋਂ ਇਸ ਦੇ ਦੁਆਲੇ ਵਸਦਾ ਸੀ। 22 ਜਨਵਰੀ 1858 ਨੂੰ ਅੰਗਰੇਜ਼ਾਂ ਨੇ ਇਸ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ। ਗੇਟ ਅੰਡੇਮਾਨੀ ਕਬੀਲਾ ਸ਼ੁਰੂ ਤੋਂ ਹੀ ਅੰਗਰੇਜ਼ਾਂ ਦਾ ਦੋਸਤ ਸੀ। ਅੰਗਰੇਜ਼ੀ ਕਬਜ਼ੇ ਸਮੇਂ ਇਸ ਕਬੀਲੇ ਦੀ ਗਿਣਤੀ 3500 ਤੋਂ 5000 ਸੀ ਪਰ 1901 ਵਿੱਚ ਘਟ ਕੇ ਇਹ 625 ਰਹਿ ਗਈ। ਹੁਣ ਇਹਨਾਂ ਦੀ ਗਿਣਤੀ ਕੇਵਲ 24 ਹੈ। ਸਰਕਾਰ ਨੇ ਇਸ ਕਬੀਲੇ ਨੂੰ ਛੋਟੇ ਜਿਹੇ 1.4 ਵਰਗਮੀਲ ਰਕਬੇ ਦੇ ਟਾਪੂ ਸਟ੍ਰੇਟ ਆਈਲੈਂਡ ਵਿੱਚ ਵਸਾ ਦਿੱਤਾ ਹੈ। ਇਹਨਾਂ ਦੇ ਸਰਦਾਰ ਨੂੰ ਰਾਜਾ ਕਿਹਾ ਜਾਂਦਾ ਹੈ। ਇਹਨਾਂ ਦਾ ਲੰਮੇ ਸਮੇਂ ਤੋਂ ਸਭਿਅਕ ਮਨੁੱਖ ਨਾਲ ਵਾਹ ਪੈਣ ਕਰਕੇ ਇਹਨਾਂ ਵਿੱਚੋਂ ਜੰਗਲੀ ਕਬੀਲੇ ਦੀਆਂ ਆਦਤਾਂ ਲਗਭਗ ਖਤਮ ਹੋ ਗਈਆਂ ਹਨ। ਇਹ ਮੱਛੀਆਂ ਫੜਦੇ ਹਨ ਤੇ ਬੇੜੀਆਂ ਬਣਾਉਣ ਦੀ ਜਾਚ ਚੰਗੀ ਤਰ੍ਹਾਂ ਜਾਣਦੇ ਹਨ। ਇਹ ਕਾਫੀ ਸਮੇਂ ਤੋਂ ਅਫੀਮ ਖਾਣ ਦੇ ਆਦੀ ਹੋ ਚੁੱਕੇ ਹਨ। ਕਈ ਵਾਰੀ ਵਪਾਰੀ ਲੋਕ ਇਹਨਾਂ ਤੋਂ ਅਫੀਮ ਬਦਲੇ ਸਮੁੰਦਰੀ ਕੋੜੀ, ਸਿੱਪੀਆਂ ਤੇ ਨਾਰੀਅਲ ਆਦਿ ਪ੍ਰਾਪਤ ਕਰ ਲੈਂਦੇ ਹਨ। ਉੱਗੀ ਕਬੀਲਾ -1971 ਦੀ ਜਨਗਣਨਾ ਮੁਤਾਬਿਕ ਉੱਗੀਆਂ ਦੀ ਗਿਣਤੀ 112 ਸੀ। ਸਦੀਆਂ ਤੋਂ 448 ਵਰਗ ਮੀਲ ਦੇ ਰਕਬੇ ਵਾਲੇ ਲਿਟਲ ਅੰਡੇਮਾਨ ਟਾਪੂ ਉੱਤੇ ਰਹਿਣ ਵਾਲਾ ਇਹ ਕਬੀਲਾ ਜੋ ਕਦੇ ਇਸ ਸਾਰੇ ਟਾਪੂ ਦਾ ਮਾਲਕ ਸੀ ਪਰ ਹੁਣ ਬਹੁਤ ਸਾਰੇ ਸ਼ਰਨਾਰਥੀਆਂ ਦੇ ਆਉਣ ਕਰਕੇ ਇਹਨਾਂ ਨੂੰ ਤੁਗੰਗ ਕਰੀਕ ਦੇ ਇਲਾਕੇ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਸਰਕਾਰ ਨੇ ਉੱਗੀਆਂ ਨੂੰ ਘਰ ਬਣਾ ਕੇ ਵੀ ਦਿੱਤੇ ਹਨ ਪਰ ਬਹੁਤੇ ਉੱਗੀ ਆਪਣੇ ਘਰ ਆਪ ਹੀ ਬਣਾਉਂਦੇ ਹਨ। ਇਹ ਦੇ ਤਰ੍ਹਾਂ ਦੇ ਘਰ ਬਣਾਉਂਦੇ ਹਨ, ਇੱਕ ਅਸਥਾਈ ਤੇ ਦੂਸਰਾ ਪੱਕਾ। ਇਹਨਾਂ ਦਾ ਘਰ ਆਮ ਤੌਰ ਤੇ ਬਹੁਤ ਖੁੱਲ੍ਹ ਕੇ ਅੱਗੇ ਹੁੰਦੇ ਹਨ। ਇਹ ਖਾਣਾ ਖੁੱਲ੍ਹੀ ਥਾਂ ਵਿੱਚ ਬਿਨਾਂ ਕਿਸੇ ਓਹਲੇ ਤੇ ਬਣਾਉਂਦੇ ਹਨ। ਉਹ ਅੱਗ ਹਮੇਸ਼ਾ ਜਲਦੀ ਖਦੇ ਹਨ। ਇਹਨਾਂ ਨੂੰ ਅੱਗ ਬਾਲਣ ਦੀ ਜਾਚ ਨਹੀਂ ਆਉਂਦੀ। ਹੋਰ ਜੰਗਲੀ ਕਬੀਲਿਆਂ ਵਾਂਗ ਉਹ ਸਰੀਰ ਦੀ ਸਫਾਈ ਨਹੀਂ ਰੱਖਦੇ ਨੇ ਨਾ ਹੀ ਕਦੀ ਨਹਾਉਂਦੇ ਹਨ। ਉਹਨਾਂ ਦਾ ਮੀਂਹ ਵਿੱਚ ਭਿੱਜਣਾ ਹੀ ਉਹਨਾਂ ਦਾ ਨਹਾਉਣਾ ਹੁੰਦਾ ਹੈ। ਇਹ ਬਿਕਾਰ ਮੁੱਕ ਕਰਦੇ ਹਨ। ਜੰਗਲ ਵਿੱਚ ਪੈਦਾ ਹੋਇਆ ਹਰ ਫਲ ਖਾਂਦੇ ਹਨ। ਜੋਗ ਫਟ ਇਹਨਾਂ ਦੀ ਮਨਭਾਉਂਦੀ ਖੁਰਾਕ ਹੈ। ਟਾਪੂ ਵਿੱਚ ਕਈ ਤਰ੍ਹਾਂ ਦੇ ਕੁਚਾਲ ਤੇ ਅਰਬੀ ਹੁੰਦੀ ਹੈ। ਕਈ ਕਚਾਲੂ ਫੁੱਟਬਾਲ ਜਿੰਨੇ ਵੱਡੇ ਹੁੰਦੇ ਹਨ ਜਿਨ੍ਹਾਂ ਨੂੰ ਉਹ ਬੜੇ ਮਜ਼ੇ ਨਾਲ ਖਾਂਦੇ ਹਨ। ਸਮੁੰਦਰ ਦੇ ਜੀਵ ਵੀ ਇਹਨਾਂ ਦੀ ਖੁਰਾਕ ਦਾ ਹਿੱਸਾ ਹਨ। ਇਹ ਪੰਛੀ ਕੁੰਡੀ ਨਾਲ ਵੀ ਫੜਦੇ ਹਨ ਤੇ ਤੀਰ ਨਾਲ ਵੀ ਸ਼ਿਕਾਰ ਕਰਦੇ ਹਨ। ਕੱਛੂ, ਕੁੰਮੇ, ਕੋਕੜ, ਚੀਂਗਾ ਮੰਡੀ ਇਹਨਾਂ ਦੀ ਮਨਭਾਉਂਦੀ ਖੁਰਾਕ ਹੈ। ਇਹ ਖਾਣ ਲਈ ਕੁਝ ਨੂੰ ਸਾਬਤਾ ਵੀ ਤੇ ਟੁਕੜੇ ਕਰਕੇ ਵੀ ਉਬਾਲ ਕੇ ਖਾਂਦੇ ਹਨ। ਇਹ ਜੰਗਲੀ ਸੂਰ ਦਾ ਸ਼ਿਕਾਰ ਕੁੱਤੇ ਛੱਡ ਕੇ ਵੀ ਤੇ ਤੀਰ ਮਾਰ ਕੇ ਵੀ ਕਰਦੇ ਹਨ। ਇਹ ਕੋੜ ਕਿਰਲੀ, ਜੰਗਲੀ ਬਿੱਲੀ, ਚਾਮਚੜਿਕ, ਚੂਹੇ ਤੇ ਸੱਪਾਂ ਨੂੰ ਨਹੀਂ ਖਾਂਦੇ। ਉਹਨਾਂ ਦਾ ਵਿਸ਼ਵਾਸ ਹੈ ਕਿ ਇਹਨਾਂ ਜਾਨਵਰਾਂ ਵਿੱਚ ਮੁਰਦਿਆਂ ਦੀਆਂ ਰੂਹਾਂ ਸਮਾਈਆਂ ਹੋਈਆਂ ਹਨ। ਉਹ ਲਗਾਤਾਰ ਕੁਝ ਨਾ ਕੁਝ ਖਾਂਦੇ ਰਹਿੰਦੇ ਹਨ। ਪੇਟ ਭਰਨ ਮਗਰੋਂ ਬਚੀ ਖੁਰਾਕ ਨੂੰ ਉਹ ਕਿਸੇ ਭਾਂਡੇ ਵਿੱਚ ਸਾੜ ਕੇ ਅੱਗ ਦੇ ਕੋਲ ਰੱਖ ਦਿੰਦੇ ਹਨ ਤਾਂ ਜੋ ਉਹ ਕੁਝ ਸਮਾਂ ਠੀਕ ਰਹਿ ਸਕੇ। ਇਹਨਾਂ ਟਾਪੂਆਂ ਦੇ ਹੋਰ ਵਸਨੀਕਾਂ ਵਾਂਗ ਉੱਗੀ ਲੂਣ ਜਾਂ ਮਿੱਠੇ ਦੀ ਵਰਤੋਂ ਨਹੀਂ ਕਰਦੇ ਪਰ ਸ਼ਹਿਦ ਉਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ।
ਜਦੋਂ ਕੋਈ ਉੱਗੀ ਸ਼ਹਿਦ ਦਾ ਛੱਤਾ ਲੱਭ ਲੈਂਦਾ ਹੈ ਤਾਂ ਉਸ ਦਰਖਤ ਉੱਤੇ ਉਹ ਇੱਕ ਨਿਸ਼ਾਨ ਲਾ ਦਿੰਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਕਿ ਛੜੇ ਦੀ ਮਾਲਕੀ ਉਸਦੀ ਹੈ। ਛੱਤੇ ਨੂੰ ਲਾਹੁਣ ਸਮੇਂ ਉਹ ਆਪਣੇ ਸਾਥੀਆਂ ਦੀ ਮਦਦ ਲੈਂਦੇ ਹਨ ਅਤੇ ਮੱਖੀਆਂ ਦੇ ਚੰਗਾਂ ਤੋਂ ਬਚਣ ਲਈ ਉਹ ਇੱਕ ਖਾਸ ਕਿਸਮ ਦੀ ਬੂਟੀ ਖਾਂਦੇ ਹਨ, ਜਿਸ ਕਰਕੇ ਮੱਖੀਆਂ ਉਹਨਾਂ ਦੇ ਨੇੜੇ ਨਹੀਂ ਆਉਂਦੀਆਂ। ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਧਰਮ ਚੇਤਨਾ ਨਹੀਂ। ਵਿਆਹ ਦੇ ਮਾਮਲੇ ਵਿੱਚ ਉਹ ਬੜੇ ਸਪਸ਼ਟ ਅਤੇ ਸਖਤ ਹਨ। ਜਦੋਂ ਔਰਤ ਮਰਦ ਵਿਆਹ ਦੇ ਬੰਧਨ ਵਿੱਚ ਬੱਝ ਜਾਂਦੇ ਹਨ ਤਾਂ ਉਹ ਇੱਕ ਦੂਜੇ ਨਾਲ ਪੂਰੀ ਵਫ਼ਾਦਾਰੀ ਦੀ ਸਾਹਦੀ ਭਰਦੇ ਹਨ। ਇਹਨਾਂ ਵਿੱਚ ਬਹੁਪਤੀ ਜਾਂ ਬਹੁਪਤਨੀ ਦਾ ਰਿਵਾਜ ਵੀ ਨਹੀਂ ਤੇ ਨਾ ਹੀ ਪਰਾਏ ਮਰਦ ਜਾਂ ਔਰਤ ਨਾਲ ਸੰਬੰਧ ਰੱਖਦੇ ਹਨ। ਵਿਆਹ ਤੋਂ ਪਹਿਲਾਂ ਗੱਭਰੂ ਤੇ ਮੁਟਿਆਰਾਂ ਆਪਸ ਵਿੱਚ ਖੁੱਲ੍ਹੀ ਤਰ੍ਹਾਂ ਮਿਲਦੇ ਜੁਲਦੇ ਹਨ, ਪਰੰਤੂ ਵਿਆਹ ਦੇ ਮਾਮਲੇ ਵਿੱਚ ਉਹਨਾਂ ਲਈ ਵਡੇਰਿਆਂ ਦੀ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ ਤੇ ਮਰਜ਼ੀ ਉਸੇ ਦੀ ਹੀ ਚੱਲਦੀ ਹੈ। ਵਿਆਹ ਦੀ ਰਸਮ ਤੋਂ ਪਹਿਲਾਂ ਲਾੜੇ ਤੇ ਲਾੜੀ ਦੇ ਮੂੰਹ ਨੂੰ ਕਲੀ ਨਾਲ ਚਿੱਟਾ ਰੰਗਿਆ ਜਾਂਦਾ ਹੈ। ਬਜ਼ੁਰਗਾਂ ਵਿੱਚ ਕੋਈ ਉਹਨਾਂ ਨੂੰ ਚੰਗੇ ਪਤੀ ਪਤਨੀ ਬਣਨ ਦੀ ਸਿੱਖਿਆ ਦਿੰਦਾ ਹੈ। ਵਿਆਹ ਦੀ ਰਸਮ ਅੰਡੇਮਾਨੀ ਕਬੀਲ ਦੇ ਵਿਆਹ ਵਰਗੀ ਹੀ ਹੁੰਦੀ ਹੈ। ਪਹਿਲਾਂ ਤੀਵੀਂ ਤੇ ਮਰਦ ਇੱਕ ਦੂਜੇ ਦੇ ਗਲ ਦੁਆਲੇ ਬਾਹਾਂ ਪਾਉਂਦੇ ਹਨ ਤੇ ਫਿਰ ਲਾੜੇ ਨੂੰ ਲਾੜੀ ਦੇ ਪੰਟਾ ਵਿੱਚ ਬਿਠਾਇਆ ਜਾਂਦਾ ਹੈ। ਉੱਗੀ ਬੇੜੀ ਬਣਾਉਣ ਦੇ ਵੀ ਬਹੁਤ ਮਾਹਰ ਹਨ। ਉਹ ਤੀਰ ਕਮਾਨ ਵੀ ਬਹੁਤ ਵਧੀਆ ਬਣਾਉਂਦੇ ਹਨ। ਕਮਾਨ ਕਿਸੇ ਮਜ਼ਬੂਤ ਦਰਖਤ ਦੀ ਟਹਿਣੀ ਤੋਂ ਅਤੇ ਤੀਰ ਬਾਂਸ ਦੇ ਦਰਖਤ ਤੋਂ ਤਿਆਰ ਕੀਤਾ ਜਾਂਦਾ ਹੈ। ਉੱਗੀਆਂ ਦਾ ਵੰਜਾ ਸਖਤ ਨੱਚਣਾ ਹੈ। ਉਹ ਕਿਸੇ ਤਰ੍ਹਾਂ ਦੇ ਢੋਲ ਜਾਂ ਡਗੇ ਦੀ ਵਰਤੋਂ ਬਹੁਤ ਘੱਟ ਕਰਦੇ ਹਨ। ਮਰਦ, ਔਰਤ ਤੇ ਬੱਚੇ ਇੱਕ ਦੂਜੇ ਦਾ ਹੱਥ ਫੜ ਕੇ ਗੋਲ ਆਕਾਰ ਵਿੱਚ ਨੱਚਦੇ ਹਨ ਤੇ ਜੰਗਲੀ ਗੀਤਾਂ ਨੂੰ ਹੇਕ ਲਾ ਕੇ ਗਾਉਂਦੇ ਹਨ। ਕਰਵਾ ਕਬੀਲਾ ਅੰਡੇਮਾਨ ਟਾਪੂਆਂ ਉੱਤੇ ਸਦੀਆਂ ਤੋਂ ਵਸ ਰਹੇ ਜਰਵਾ ਕਬੀਲੇ ਦੀ ਗਿਣਤੀ ਵੀ ਦਿਨੋ-ਦਿਨ ਘਟ ਰਹੀ ਹੈ। ਇਸ ਸਮੇਂ ਇਹਨਾਂ ਦੀ ਗਿਣਤੀ 250 ਤੋਂ 300 ਦੇ ਵਿਚਕਾਰ ਹੈ। ਇੱਕ ਹੋਰ ਅਨੁਮਾਨ ਅਨੁਸਾਰ ਇਹਨਾਂ ਦੀ ਗਿਣਤੀ 500 ਹੈ। ਪਿਛਲੇ 100 ਸਾਲਾਂ ਵਿੱਚ ਇਹਨਾਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ, ਪਰੰਤੂ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅੰਗਰੇਜ਼ਾਂ ਦੇ ਪ੍ਰਵੇਸ਼ ਤੋਂ ਪਹਿਲਾਂ ਇਹਨਾਂ ਟਾਪੂਆਂ ਦੇ ਵਾਸੀ ਜੰਗਲਾਂ ਵਿੱਚ ਛੋਟੀਆਂ-ਛੋਟੀਆਂ ਅਸਥਾਈ ਝੁੱਗੀਆਂ ਬਣਾ ਕੇ ਰਹਿੰਦੇ ਸਨ। ਇਹਨਾਂ ਜੰਗਲੀ ਕਬੀਲਿਆਂ ਨੇ ਬਾਹਰੋਂ ਆ ਕੇ ਕਾਬਜ਼ ਹੋਏ ਲੋਕਾਂ ਪ੍ਰਤੀ ਹਮੇਸ਼ਾ ਦੁਸ਼ਮਣੀ ਹੀ ਵਿਖਾਈ ਹੈ ਤੇ ਤੀਰ ਕਮਾਨਾਂ ਨਾਲ ਉਹਨਾਂ ਨਾਲ ਲਗਾਤਾਰ ਲੜਾਈ ਜਾਰੀ ਰੱਖੀ ਹੈ। ਹੌਲੀ-ਹੌਲੀ ਅੰਗਰੇਜ਼ਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਪਿੱਛੋਂ ਉਹ ਕਬੀਲੇ ਮਿੱਤਰ ਬਣ ਗਏ, ਪਰ ਜਰਵਾ ਕਬੀਲੇ ਦੇ ਲੋਕਾਂ ਨੇ ਕਦੇ ਵੀ ਇਹ ਨਹੀਂ ਮੰਨੀ। ਪਿਛਲੀ ਸਦੀ ਵਿੱਚ ਇਹਨਾਂ ਦੀ ਲੜਾਈ ਗ੍ਰਾਂਟ ਅੰਡੇਮਾਨੀ ਕਬੀਲੇ ਨਾਲ ਰਹੀ ਹੈ। ਦੋਹਾਂ ਕਬੀਲਿਆਂ ਦੀਆਂ ਖੂਨੀ ਝੜਪਾਂ ਵਿੱਚ ਅੰਡਮਾਨੀਆਂ ਨੇ ਜਰਵਾ ਕਬੀਲੇ ਦੇ ਲੋਕਾਂ ਨੂੰ ਬਹੁਤ ਸੰਘਣੇ ਜੰਗਲਾਂ ਵਿੱਚ ਵਸਣ ਲਈ ਮਜਬੂਰ ਕਰ ਦਿੱਤਾ। ਅੰਗਰੇਜ਼ਾਂ ਵੱਲੋਂ ਟਾਪੂਆਂ ਨੂੰ ਆਬਾਦ ਕਰਨ ਦੇ ਯਤਨਾਂ ਦੇ ਪ੍ਰਤੀਕਰਮ ਵਜੋਂ ਜਰਵਾ ਕਬੀਲਾ ਜੰਗਲਾਂ ਵਿੱਚੋਂ ਨਿਕਲ ਕੇ ਟਾਪੂਆਂ ਕੈਦੀਆਂ ਤੇ ਹੋਰਨਾਂ ਮਨੁੱਖਾਂ ਉੱਤੇ ਆਪਣੇ ਤਿੱਖੇ ਤੀਰਾਂ ਨਾਲ ਹਮਲੇ ਕਰਦਾ ਰਿਹਾ ਹੈ ਤੇ ਬਹੁਤਿਆਂ ਨੂੰ ਮਾਰ ਮੁਕਾਉਂਦਾ ਰਿਹਾ ਹੈ। ਵੱਖ-ਵੱਖ ਸਮਿਆਂ ਉੱਤੇ ਪ੍ਰਸ਼ਾਸਨ ਵੱਲੋਂ ਇਹਨਾਂ ਜਾਗਲੀਆਂ ਨੂੰ ਫੜਨ ਜਾਂ ਸਬਕ ਸਿਖਾਉਣ ਲਈ ਮੁਹਿੰਮਾਂ ਦੀ ਭੇਜੀਆਂ ਜਾਂਦੀਆਂ ਰਹੀਆਂ ਹਨ ਤੇ ਕਈ ਵਾਰੀ ਉਹਨਾਂ ਫੌਜੀ ਦਸਤਿਆਂ ਨਾਲ ਇਹਨਾਂ ਕਬੀਲਿਆਂ ਦੀਆਂ ਮੁੱਠ-ਭੇੜਾਂ ਵੀ ਹੋਈਆਂ। ਫਲਸਰੂਪ ਬਹੁਤ ਸਾਰੇ ਜਰਵਾ ਮਾਰੇ ਜਾਂਦੇ ਰਹੇ ਹਨ। ਕਈ ਵਾਰੀ ਜਾਂਗਲੀਆਂ ਨੂੰ ਫੜ ਕੇ ਉਹਨਾਂ ਨਾਲ ਵਧੀਆ ਵਰਤਾਓ ਕਰਕੇ ਤੇ ਤੋਹਫੇ ਦੇ ਕੇ ਵਾਪਸ ਜੰਗਲਾਂ ਵਿੱਚ ਵੀ ਭੇਜਿਆ ਜਾਂਦਾ ਰਿਹਾ ਹੈ ਤਾਂ ਜੋ ਚੰਗਾ ਪ੍ਰਭਾਵ ਪਵੇ ਤੇ ਦੋਸਤੀ ਦੀ ਭਾਵਨਾ ਪ੍ਰਫੁੱਲਤ ਹੋ ਸਕੇ, ਪਰੰਤੂ ਇਸ ਪਾਸੇ ਵੱਲ ਸਰਕਾਰ ਨੂੰ ਬਹੁਤੀ ਸਫਲਤਾ ਨਹੀਂ ਮਿਲਦੀ ਰਹੀ। ਵੱਖ-ਵੱਖ ਮੁੱਲ ਤੋੜਾਂ ਉਹਨਾਂ ਦੀਆਂ ਬਣਾਈਆਂ ਝੁੱਗੀਆਂ ਤੇ ਕੁਝ ਫੜੇ ਗਏ ਜਰਵਿਆਂ ਤੋਂ ਹੀ ਉਹਨਾਂ ਦੇ ਜੀਵਨ ਬਾਰੇ ਕੁਝ ਪਤਾ ਲੱਗਦਾ ਹੈ। ਇਹ ਬਹੁਤ ਸੰਘਣੇ ਜੰਗਲਾਂ ਵਿੱਚ ਛੋਟੀਆਂ ਟੋਲੀਆਂ ਵਿੱਚ ਰਹਿੰਦੇ ਹਨ। ਥੋੜੀ ਜਿਹੀ ਖਾਲੀ ਜਗ੍ਹਾ ਵਿੱਚ ਹੀ ਘਰ ਰੂਸ ਅਤੇ ਲੱਕੜੀ ਦੀਆਂ ਝੁੱਗੀਆਂ ਬਣਾ ਲੈਂਦੇ ਹਨ। ਜਰਵਿਆਂ ਦੇ ਖਾਲੀ ਕੀਤੇ ਇੱਕ ਪਿੰਡ ਸੰਬੰਧੀ ਇੱਕ ਮੁਹਿੰਮ ਦੇ ਆਗੂ ਨੇ ਇਸ ਤਰ੍ਹਾਂ ਲਿਖਿਆ ਹੈ, ਪਿੰਡ ਵਿੱਚ 10 ਝੁੱਗੀਆਂ ਸਨ। ਇੱਥੇ ਲਗਭਗ 20 ਤੋਂ ਲੈ ਕੇ 30 ਕਰਵਾ ਰਹਿੰਦੇ ਹੋਣਗੇ। ਹਰ ਇੱਕ ਝੁੱਗੀ 3 ਕੁ ਫੁੱਟ ਉੱਚੀ ਸੀ ਤੇ ਉਸ ਦਾ ਰਕਬਾ 6 ਵਰਗ ਫੁੱਟ ਤੋਂ ਵੱਧ ਨਹੀਂ ਸੀ। ਇਸ ਸਾਰੇ ਪਿੰਡ ਦਾ ਰਕਬਾ 20 ਕੁ ਗਜ ਸੀ। ਚਾਰੇ ਪਾਸੇ ਸੰਘਣਾ ਜੰਗਲ ਸੀ ਤੇ ਕੁਝ ਦੂਰ ਇੱਕ ਨਾਲਾ ਵਗ ਰਿਹਾ ਸੀ। ਇੱਕ ਹੋਰ ਥਾਂ ਜਰਵਾ ਲੋਕਾਂ ਦੇ ਘਰਾਂ ਬਾਰੇ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਉਹ 8 ਸਿਪਾਹੀਆਂ, 20 ਕੈਦੀਆਂ ਤੇ 5 ਅੰਡੇਮਾਨੀਆਂ ਨਾਲ ਆਪਣੇ ਜੰਗਲ ਦੇ ਪੜਾਅ ਤੋਂ ਸਵੇਰੇ 7 ਵਜੇ ਤੁਰੇ ਤੇ ਸਵੇਰੇ 9:30 ਵਜੇ ਉਹਨਾਂ ਇੱਕ ਪਹਾੜੀ ਦੀ ਉਤਰਾਈ ਤੇ ਤਾਜ਼ੇ ਪਾਣੀ ਦੇ ਕਿਨਾਰੇ ਕੁਝ ਝੁੱਗੀਆਂ ਦੇਖੀਆਂ।
ਨਾਲ ਦੇ ਅੰਡੇਮਾਨੀਆਂ ਦੇ ਅਨੁਮਾਨ ਅਨੁਸਾਰ ਤਰਵਾ ਲੋਕਾਂ ਨੇ ਉਹ ਘਰ 3 ਤੋਂ 4 ਦਿਨ ਪਹਿਲਾਂ ਹੀ ਛੱਡੇ ਸਨ। ਝੁੱਗੀਆਂ ਦੀ ਗਿਣਤੀ 20 ਸੀ। ਸਾਰੀਆਂ ਘਾਹ ਫੂਸ ਤੇ ਸੋਟੀਆਂ ਦੀਆਂ ਬਣਾਈਆਂ ਹੋਈਆਂ ਸਨ। ਹਰ ਝੁੱਗੀ ਵਿੱਚ 2 ਬੰਦਿਆਂ ਦੇ ਲੰਮੇ ਪੈਣ ਦੀ ਥਾਂ ਸੀ। ਉੱਥੇ ਉਹਨਾਂ ਨੂੰ ਹੋਰ ਚੀਜ਼ਾਂ ਦੇ ਨਾਲ ਇੱਕ ਨੀਲੀ ਧਾਰੀ ਵਾਲਾ ਕੱਪੜੇ ਦਾ ਟੋਟਾ ਵੀ ਮਿਲਿਆ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹਨਾਂ ਨੇ ਪਿਛਲੇ ਸਮੇਂ ਵਿੱਚ ਉਸ ਟਾਪੂ ਉੱਤੇ ਵਸਾਏ ਲੋਕਾਂ ਉੱਤੇ ਹਮਲੇ ਕੀਤੇ ਸਨ। ਇੱਕ ਹੋਰ ਝੁੱਗੀ ਪੈੜੇ ਘਾਹ ਫੂਸ ਦੀ ਬਣੀ ਛੋਟੀ ਜਿਹੀ ਸ਼ੈਡ ਸੀ। ਉੱਥੇ ਕੁਝ ਹੱਡੀਆਂ ਪਈਆਂ ਸਨ ਜੋ ਜੰਗਲੀ ਪੇੜ ਦੀਆਂ ਪ੍ਰਤੀਤ ਹੁੰਦੀਆਂ ਸਨ। ਜ਼ਮੀਨ ਵਿੱਚ ਕਈ ਕਿਸਮ ਦੀਆਂ ਸਿੱਪੀਆਂ ਤੇ ਘੋਗੇ ਗੱਡੇ ਹੋਏ ਸਨ। ਲੇਖਕ ਅਨੁਸਾਰ ਜਰਵਾ ਨੇ ਕਦੇ ਕਿਸੇ ਤੇ ਇਤਬਾਰ ਨਹੀਂ ਕੀਤਾ। ਉਹ ਛੋਟੇ-ਛੋਟੇ ਗਰੁੱਪਾਂ ਵਿੱਚ ਘੁੰਮਦੇ, ਕਦੇ-ਕਦੇ ਜੰਗਲ ਤੋਂ ਬਾਹਰ ਦੇ ਉੱਥੇ ਵਸਦੇ ਲੋਕਾਂ ਉੱਤੇ ਹਮਲੇ ਕਰਦੇ ਤੇ ਕਈਆਂ ਨੂੰ ਮਾਰ ਦਿੰਦੇ। ਜਦੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਉਹ 2-3 ਦੇ ਗਰੁੱਪਾਂ ਵਿੱਚ ਵੰਡ ਹੋ ਕੇ ਤੇਜ਼ੀ ਨਾਲ ਜੰਗਲ ਵੱਲ ਦੌੜ ਜਾਂਦੇ ਤੇ ਵੜੇ ਨਾ ਜਾਂਦੇ। ਜਿਹੜੇ ਵੀ ਜਰਵਾ ਫੜੇ ਜਾਂਦੇ ਉਹ ਨਵੇਂ ਵਾਤਾਵਰਣ ਵਿੱਚ ਘਬਰਾ ਕੇ ਜਾਂ ਉਦਾਸ ਹੋ ਕੇ ਕੁਝ ਦਿਨਾਂ ਵਿੱਚ ਹੀ ਮਰ ਜਾਂਦੇ। ਕਈ ਇੰਨੇ ਬਿਮਾਰ ਹੋ ਜਾਂਦੇ ਕਿ ਮਜਬੂਰ ਹੋ ਕੇ ਉਹਨਾਂ ਨੂੰ ਜੰਗਲ ਵਿੱਚ ਵਾਪਸ ਭੇਜ ਦਿੱਤਾ ਜਾਂਦਾ ਤਾਂ ਜੋ ਉਹ ਆਪਣੇ ਸਾਥੀਆਂ ਨੂੰ ਮਿਲ ਕੇ ਠੀਕ ਹੋ ਸਕਣ। ਜਰਵਾ ਬਿਲਕੁਲ ਨੰਗੇ ਰਹਿੰਦੇ ਹਨ। ਔਰਤਾਂ ਆਪਣੇ ਪੇਟ ਦੁਆਲੇ ਕੋਈ ਕਿਨਾਰੀ ਜਿਹੀ ਬੰਨ੍ਹਦੀਆਂ ਹਨ ਜੋ ਸਰੀਰ ਦੀ ਥਾਂ ਫੈਸ਼ਨ ਪ੍ਰਤੀਤ ਹੁੰਦਾ ਹੈ। ਜਰਵਾ ਬਹੁਤੇ ਉੱਤਰੀ ਸੈਂਟੀਨਲ ਟਾਪੂ ਉੱਤੇ ਵਸਦੇ ਹਨ। ਜਿਉਂ-ਜਿਉਂ ਟਾਪੂ ਆਬਾਦ ਕਰਨ ਲਈ ਸਰਕਾਰ ਵੱਲੋਂ ਜੰਗਲ ਸਾਫ਼ ਕੀਤੇ ਗਏ, ਤਿਉਂ-ਤਿਉਂ ਜਰਵਾ ਲੋਕਾਂ ਦਾ ਰੋਹ ਵੱਧਦਾ ਗਿਆ। ਮੁਹਿੰਮ ਪਾਰਟੀਆਂ ਨੇ ਵੱਖ-ਵੱਖ ਜਰਵਿਆਂ ਨੂੰ ਨਾਚ ਕਰਦੇ ਦੇਖਿਆ ਹੈ। ਉਹ ਇਕੱਠੇ ਹੋ ਕੇ ਉੱਚੀ ਰੌਲਾ ਪਾਉਂਦੇ ਤੇ ਨੱਚਦੇ ਹਨ। ਜਰਵਿਆਂ ਵਿਰੁੱਧ ਬਹੁਤ ਸਾਰੀਆਂ ਮੁਹਿੰਮਾਂ ਚਾੜਨ ਦੇ ਬਾਵਜੂਦ ਅੰਗਰੇਜ਼ ਇਹਨਾਂ ਨੂੰ ਆਪਣੇ ਮਿੱਥੇ ਖੇਤਰ ਵਿੱਚ ਰੱਖਣ ਤੋਂ ਅਸਮਰੱਥ ਰਹੇ। 1905 ਵਿੱਚ ਉਹਨਾਂ ਨੇ ਖੁਸ਼ ਪੁਲਿਸ ਦੀ ਸਥਾਪਨਾ ਕੀਤੀ। ਇਸ ਵਿੱਚ ਅੰਡੇਮਾਨੀ ਕਬੀਲੇ ਦੇ ਕੁਝ ਮਰਦ ਭਰਤੀ ਕੀਤੇ ਗਏ। ਮਗਰੋਂ ਇਸ ਪੁਲਿਸ ਦਾ ਕਾਫੀ ਵਿਸਥਾਰ ਕਰ ਦਿੱਤਾ ਗਿਆ। ਸਦੀਆਂ ਦੀ ਦੁਸ਼ਮਣੀ ਤੋਂ ਮਗਰੋਂ ਜਰਵਾ ਕਬੀਲੇ ਦੇ ਲੋਕਾਂ ਨੇ ਦੋਸਤੀ ਦਾ ਪ੍ਰਗਟਾਵਾ ਕਰਨਾ ਸ਼ੁਰੂ ਕੀਤਾ ਹੈ। ਇਸ ਦਾ ਬਹੁਤ ਮਾਣ ਬੋਸ ਪੁਲਿਸ ਦੇ ਉਪ ਕਪਤਾਨ ਬਖਤਾਵਰ ਸਿੰਘ ਨੂੰ ਜਾਂਦਾ ਹੈ, ਜੋ ਕਿ ਹੁਣ ਰਿਟਾਇਰ ਹੋ ਕੇ ਪੋਰਟ ਬਲੇਅਰ ਵਿੱਚ ਰਹਿ ਰਿਹਾ ਹੈ। ਦੋਸਤੀ ਦਾ ਇਹ ਦੌਰ 1968 ਵਿੱਚ ਆਰੰਭ ਹੋਇਆ, ਜਦੋਂ 3 ਜਰਵਾ ਲੜਕੇ ਭੁਲੇਖੇ ਮਿਡਲ ਅੰਡੇਮਾਨ ਟਾਪੂ ਦੇ ਇੱਕ ਪਿੰਡ ਦਾਮਤਾਲਾ ਵਿੱਚ ਆ ਗਏ ਸਨ ਤੇ ਬਸ ਪੁਲਿਸ ਨੇ ਫੜ ਲਿਆ ਸੀ ਤੇ 1 ਮਹੀਨਾ ਪੋਰਟ ਬਲੇਅਰ ਵਿੱਚ ਰੱਖਣ ਮਗਰੋਂ ਬਹੁਤ ਸਾਰੇ ਵਧੀਆ ਤੋਹਫੇ ਦੇ ਕੇ ਵਾਪਸ ਜੋਗੀਆਂ ਵਿੱਚ ਵਸ ਦਿੱਤਾ ਸੀ। ਇਸ ਤੋਂ ਤੋਹਫੇ ਭੇਜਣ ਦਾ ਸਿਲਸਿਲਾ ਜਾਰੀ ਰੱਖਿਆ ਗਿਆ, ਜਿੱਥੇ ਕਿਤੇ ਇਸ ਕਾਲੇ ਦੇ ਲੋਕ ਰਹਿੰਦੇ ਸਨ। ਉਸ ਦੇ ਨੇੜੇ ਅਤੇ ਬਿਨਾਂ ਲਈ ਬਹੁਤ ਸਾਰੇ ਤੋਹਫੇ ਛੱਡ ਦਿੱਤੇ ਜਾਂਦੇ ਸਨ। 3 ਫਰਵਰੀ 1974 ਨੂੰ ਤੋਹਫੇ ਸੁੱਟਣ ਵਾਲੀ ਪਾਰਟੀ ਨੇ ਜਰਵਿਆਂ ਦੇ ਇੱਕ ਗਰੁੱਪ ਨੂੰ ਉਲਕ ਇਲਾਕੇ ਵਿੱਚ ਰੱਖਿਆ। ਉਹਨਾਂ ਨੂੰ ਮਿੱਤਰਾਂ ਵਰਗੇ ਇਸ਼ਾਰੇ ਕਰਨ ਲੱਗੇ ਅਤੇ ਉਹਨਾਂ ਆਪਣੇ ਤੀਰ ਕਮਾਨ ਧਰਤੀ ਉੱਤੇ ਸੁੱਟ ਦਿੱਤਾ। ਇਸ ਮਰਵਾ ਮਰਦ ਸਮੁੰਦਰ ਵਿੱਚ ਕੁੱਦਿਆ ਤੇ ਪੁਲਿਸ ਪਾਰਟੀ ਕੋਲ ਪੁੱਜਾ। ਇਸ ਤੋਂ ਮਗਰੋਂ ਤੁਹਾਡੇ ਮੁੰਦਨ ਦਾ ਇਹ ਕੰਮ ਕਾਫੀ ਦੇਰ ਟਲਦਾ ਰਿਹਾ। ਸੱਸਾ ਬਖਤਾਵਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵੋਟਾਂ ਵਿਆਜ਼ਾਦ ਨਾਂ ਦੀ ਥਾਂ ਤੇ ਸਮੁੰਦਰ ਦੇ ਕੰਢੇ ਤੋਂ ਕੁਝ ਕੁ ਦੂਰ 50 ਕੁ ਜਰਵੇ ਬਸਤੀ ਬਣਾ ਕੇ ਰਹਿ ਰਹੇ ਹਨ ਤਾਂ ਉਹ ਇੱਕਦਮ ਉੱਥੇ ਪੁੱਜੇ। ਉਹਨਾਂ ਦੀ ਪਹਿਲੀ ਫੇਰੀ ਸਮੇਂ ਉਹਨਾਂ ਝੁੱਗੀਆਂ ਵਿੱਚ ਕੋਈ ਨਹੀਂ ਸੀ। ਉਹ ਉੱਥੇ ਉਹਨਾਂ ਲਈ ਬਹੁਤ ਸਾਰੇ ਤੋਹਫੇ ਛੱਡ ਆਏ। ਇਹ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਇੱਕ ਦਿਨ ਬਖਤਾਵਰ ਸਿੰਘ ਨਾਲ ਜਰਵਿਆਂ ਦੀ ਮੁਲਾਕਾਤ ਹੋ ਗਈ। ਉਹ ਉਸ ਨਾਲ ਬੜੇ ਪਿਆਰ ਨਾਲ ਪੇਸ਼ ਆਏ। ਇਸ ਤੋਂ ਪਿੱਛੋਂ ਬਖਤਾਵਰ ਸਿੰਘ ਆਮ ਕਰਕੇ ਬਸਤੀ ਵਿੱਚ ਜਾਂਦੇ ਰਹੇ। ਹੌਲੀ-ਹੌਲੀ ਉਹ ਹੋਰ ਬੰਦਿਆਂ ਨੂੰ ਉੱਥੇ ਲਿਜਾਣ ਲੱਗੇ। ਇਸ ਤਰ੍ਹਾਂ ਦਿਨੋਂ ਦਿਨ ਮਿੱਤਰਤਾ ਹੋਰ ਵੱਧਦੀ ਗਈ। ਪਰ ਅਜੇ ਇਹ ਮਿੱਤਰਤਾ ਬਹੁਤੀ ਡੂੰਘੀ ਨਹੀਂ ਸੀ ਹੋਈ। 1977 ਵਿੱਚ ਜਰਵਿਆਂ ਨੇ 5 ਬੰਗਾਲੀ ਸ਼ਰਨਾਰਥੀਆਂ ਨੂੰ ਉਹਨਾਂ ਦੀ ਬੇੜੀ ਵਿੱਚ ਹੀ ਖਤਮ ਕਰ ਦਿੱਤਾ। ਅਸਲ ਵਿੱਚ ਸੁੱਤੇ ਪਏ ਇਹਨਾਂ ਬੰਗਾਲੀਆਂ ਦੀ ਬੇੜੀ ਭੁਲੇਖੇ ਨਾਲ ਕਰਵਾ ਖੇਤਰ ਵਿੱਚ ਚਲੀ ਗਈ ਸੀ। ਆਸ ਕੀਤੀ ਜਾਂਦੀ ਹੈ ਕਿ ਜਰਦਾ ਕਬੀਲਾ ਆਉਂਦੇ ਸਮੇਂ ਵਿੱਚ ਇਹਨਾਂ ਟਾਪੂਆਂ ਵਿੱਚ ਰਹਿ ਰਹੇ ਲੋਕਾਂ ਨਾਲ ਹੋਰਨਾਂ ਕਬੀਲਿਆਂ ਵਾਂਗ ਦੋਸਤੀ ਦੇ ਹੱਥ ਵਧਾਉਣਗੇ। ਨਾਲੀ ਕਬੀਲਾ ਅੰਡੇਮਾਨ ਟਾਪੂਆਂ ਵਿੱਚ ਸਿੰਥਾਲੀ ਕਬੀਲਾ ਹੀ ਅਜਿਹਾ ਹੈ, ਜਿਸ ਨੇ ਆਪਣੇ ਨਾਲ ਬਾਹਰਲਾ ਕੋਈ ਸੰਪਰਕ ਕਾਇਮ ਨਹੀਂ ਹੋਣ ਦਿੱਤਾ।
ਉਹਨਾਂ ਦੇ ਰਹਿਣ ਸਹਿਣ ਤੇ ਖਾਣ ਪੀਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੈ ਸਕੀ। ਭਾਰਤ ਦੇ ਮਨੁੱਖੀ ਵਿਗਿਆਨ ਵਿਭਾਗ ਦੇ ਇੱਕ ਸਰਵੇਖਣ ਅਨੁਸਾਰ ਇਸ ਕਬੀਲੇ ਦੇ ਲੋਕਾਂ ਦੀ ਗਿਣਤੀ 100 ਤੋਂ 150 ਦੇ ਲਗਭਗ ਹੈ। ਇਹ ਉੱਤਰੀ ਸੈਂਟੀਨਲ ਟਾਪੂ ਵਿੱਚ ਰਹਿੰਦਾ ਹੈ। ਇਸ ਦਾ ਰਕਬਾ 47 ਵਰਗ ਮੀਲ ਦੇ ਕਰੀਬ ਹੈ। ਕੁਝ ਸਮਾਂ ਪਹਿਲਾਂ ਇੱਕ ਪਾਰਟੀ ਇਸ ਕਬੀਲੇ ਨਾਲ ਸੰਬੰਧ ਸਥਾਪਿਤ ਕਰਨ ਲਈ ਗਈ ਸੀ, ਪਰੰਤੂ ਇਹਨਾਂ ਨੇ ਉਸ ਦਾ ਤਿੱਖੇ ਤੀਰਾਂ ਨਾਲ ਸਵਾਗਤ ਕੀਤਾ ਸੀ, ਜਿਸ ਨਾਲ ਬਹੁਤ ਸਾਰੇ ਜ਼ਖਮੀ ਹੋ ਗਏ ਸਨ। ਸ਼ੋਮਪੇਨ ਕਬੀਲਾ ਨਿਕੋਬਾਰ ਟਾਪੂ ਉੱਤੇ ਰਹਿੰਦਾ ਹੈ। ਕਾਰ ਨਿਕੋਬਾਰ ਦੇ ਨਿਕੋਬਾਰੀਆਂ ਵਾਂਗ ਇਸ ਕਬੀਲੇ ਵਿੱਚ ਵੀ ਆਧੁਨਿਕ ਚੇਤਨਾ ਪੈਦਾ ਨਹੀਂ ਹੋਈ। ਹੋਰ ਕਬੀਲਿਆਂ ਵਾਂਗ ਇਸ ਦੀ ਗਿਣਤੀ ਕਾਫੀ ਘਟ ਜਾਂਦੀ ਹੈ। ਬੇਸ਼ੱਕ ਬੀਤੇ ਸਮੇਂ ਵਿੱਚ ਇਹਨਾਂ ਦੀ ਗਿਣਤੀ ਕੁਝ ਵਧੀ ਹੈ, ਪਰ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਹ ਆਪਣੀ ਹੋਂਦ ਵੀ ਕਾਇਮ ਰੱਖ ਸਕੇਗਾ ਜਾਂ ਨਹੀਂ। ਬੇਸ਼ੱਕ ਨਿਕੋਬਾਰ ਦੀਪ ਸਮੂਹ ਵਿੱਚੋਂ ਗ੍ਰੇਟ ਨਿਕੋਬਾਰ ਟਾਪੂ ਆਕਾਰ ਵਿੱਚ ਸਭ ਤੋਂ ਵੱਡਾ ਹੈ, ਪਰੰਤੂ ਇੱਥੋਂ ਦੀ ਜੰਗਲੀ ਵਸ ਬਹੁਤ ਘੱਟ ਹੈ। 0.1971 ਦੀ ਜਨਗਣਨਾ ਅਨੁਸਾਰ ਇਹਨਾਂ ਦੀ ਗਿਣਤੀ ਸਿਰਫ 92 ਸੀ, ਪਰ ਮਗਰੋਂ ਇਹ ਗਿਣਤੀ 122 ਹੋ ਗਈ। ਅੱਜ ਇਹ 13 ਛੋਟੇ ਕਬੀਲਿਆਈ ਪਿੰਡਾਂ ਵਿੱਚ ਵਸੇ ਹੋਏ ਹਨ। ਹੋਰ ਕਈ ਜੰਗਲੀ ਕਬੀਲਿਆਂ ਵਾਂਗ ਇਹ ਲੋਕ ਵੀ ਨੰਗੇ ਰਹਿੰਦੇ ਹਨ। ਔਰਤਾਂ ਆਪਣੇ ਲੋਕ ਦੁਆਲੇ ਕਾ ਬੂਟ ਬੰਨ੍ਹਦੀਆਂ ਹਨ, ਪੈਰਾਂ ਵਿੱਚ ਇਹ ਕੁਝ ਨਹੀਂ ਪਾਉਂਦੇ। ਕੰਨਾਂ ਵਿੱਚ ਇਹ ਹਲਕੀ ਲੱਕੜੀ ਜਾਂ ਬਾਂਸ ਦੀਆਂ ਵੱਡੀਆਂ ਮੁੰਦਰਾਂ ਪਾਉਂਦੇ ਹਨ। ਵਾਲ ਬਹੁਤ ਵਧਾ ਕੇ ਰੱਖਦੇ ਹਨ, ਪਰੰਤੂ ਕੰਘੀ ਨਹੀਂ ਕਰਦੇ। ਆਪਣੇ ਸਰੀਰ ਦੀ ਸਫਾਈ ਦਾ ਬਿਲਕੁਲ ਧਿਆਨ ਨਹੀਂ ਰੱਖਦੇ, ਇਹ ਨਹਾਉਂਦੇ ਵੀ ਕਦੇ ਨਹੀਂ। ਇਹਨਾਂ ਦੇ ਸਰੀਰ ਬੋ ਮਾਰਦੇ ਹਨ ਤੇ ਇਹਨਾਂ ਨੂੰ ਚਮੜੀ ਦੇ ਕਈ ਰੋਗ ਲੱਗੇ ਹੋਏ ਹਨ। ਇਹ ਖੇਡਾਂ ਦੇ ਵੀ ਸ਼ੌਕੀਨ ਨਹੀਂ। ਇਹਨਾਂ ਨੂੰ ਦਿੱਤੇ ਕੱਪੜੇ ਜਾਂ ਤਾਂ ਇਹ ਪਾਉਂਦੇ ਨਹੀਂ, ਪਰ ਜੇ ਪਾ ਲੈਣ ਤਾਂ ਕਦੇ ਲਾਹੁੰਦੇ ਨਹੀਂ। ਜੇ ਕੁਝ ਜੰਗਲਾਂ ਵਿੱਚੋਂ ਮਿਲਦਾ ਹੈ, ਉਹੀ ਇਹਨਾਂ ਦੇ ਜੀਵਨ ਦਾ ਆਧਾਰ ਹੈ। ਜੰਗਲੀ ਆਲੂ ਤੇ ਹੋਰ ਕਈ ਕਿਸਮ ਦੀਆਂ ਜੰਗਲੀ ਸਬਜ਼ੀਆਂ ਤੇ ਫਲ ਇਹਨਾਂ ਦੀ ਖੁਰਾਕ ਹਨ। ਇਹ ਸੁਪਾਰੀ ਦੇ ਰੁੱਖ ਦਾ ਰਸ ਵੀ ਪੀਂਦੇ ਹਨ, ਜਿਸ ਵਿੱਚ ਕਾਫੀ ਨਸ਼ਾ ਹੁੰਦਾ ਹੈ। ਇਹ ਲੋਕ ਮਗਰਮੱਛ ਤੇ ਵੱਡੇ ਸੱਪਾਂ ਦਾ ਮਾਸ ਖਾਂਦੇ ਹਨ। ਇਸ ਕਬੀਲੇ ਦੇ ਲੋਕ ਆਪਣੇ ਘਰ ਬਹੁਤ ਉੱਚੇ ਚਬੂਤਰੇ ਉੱਤੇ ਬਣਾਉਂਦੇ ਹਨ। ਇਹਨਾਂ ਦੀ ਉਚਾਈ 15 ਫੁੱਟ ਤੱਕ ਦੀ ਹੋ ਸਕਦੀ ਹੈ। ਉੱਪਰ ਜਾਣ ਲਈ ਦਰੱਖਤਾਂ ਦੀਆਂ ਟਹਿਣੀਆਂ ਤੋਂ ਬਣਾਈ ਇੱਕ ਪੌੜੀ ਹੁੰਦੀ ਹੈ। ਸੋਮਪੇਨ ਇੱਕ ਮਰਦ ਤੋਂ ਇੱਕ ਔਰਤ ਦੇ ਹਾਮੀ ਨਹੀਂ, ਆਮ ਕਰਕੇ ਇੱਕ ਮਰਦ ਦੇ ਔਰਤਾਂ ਰੱਖਦਾ ਹੈ। ਉਹਨਾਂ ਨੂੰ ਕਿਸੇ ਧਰਮ ਦੀ ਸੌਖੀ ਨਹੀਂ, ਉਹ ਸੰਤਾਨ ਦੀ ਪੂਜਾ ਕਰਦੇ ਹਨ। ਇਹਨਾਂ ਦਾ ਕੋਈ ਵਿਸ਼ੇਸ਼ ਸ਼ਮਸ਼ਾਨ ਘਾਟ ਵੀ ਨਹੀਂ। ਇਹਨਾਂ ਦੇ ਟਾਪੂ ਵਿੱਚ ਨਾਰੀਅਲ ਦੇ ਦਰਬਾਰ ਬਹੁਤੇ ਨਹੀਂ। ਨਿਕੋਬਾਰ ਕਬੀਲਾ ਨਿਕੋਬਾਰੀ ਕਬੀਲੇ ਦੇ ਬਹੁਤੇ ਲੋਕ ਕਾਰ ਨਿਕੋਬਾਰ ਟਾਪੂ ਵਿੱਚ ਰਹਿੰਦੇ ਹਨ। ਇਹਨਾਂ ਦੀਆਂ ਸਿੱਤਾਂ ਸੋਹਣੀਆਂ ਤੇ ਸਰੀਰ ਚਮਕਦੇ ਹਨ। ਇਹਨਾਂ ਦੇ ਨਕਸ਼ ਮੰਗੋਲਿਆਈ ਹੈ। ਕਾਰ ਨਿਕੋਬਾਰ ਦੇ ਪੁਰਾਣੇ ਟਾਪੂ ਦਾ ਨਾਂ ਪਾ ਹੈ, ਜਿਸ ਦਾ ਰਕਬਾ 49.02 ਵਰਗ ਮੀਲ ਹੈ। ਆਬਾਦੀ ਲਗਭਗ 16,000 ਹੈ। ਇਹ ਟਾਪੂ ਨਿਕੋਬਾਰ ਦੇ 19 ਟਾਪੂਆਂ ਵਿੱਚੋਂ ਇਹ ਹੈ। ਬੇਸ਼ੱਕ ਇਹਨਾਂ ਟਾਪੂਆਂ ਵਿੱਚ ਕਾਰ ਨਿਕੋਬਾਰ ਇਹਨਾਂ ਵਿੱਚ ਸਭ ਤੋਂ ਵੱਡਾ ਟਾਪੂ ਨਹੀਂ, ਪਰੰਤੂ ਬਹੁਤੀ ਆਬਾਦੀ ਇੱਥੇ ਹੀ ਹੈ ਤੇ ਇਹ ਬਾਕੀਆਂ ਤੋਂ ਵਧੇਰੇ ਮਹੱਤਵਪੂਰਨ ਹੈ। ਇਸ ਗਰੁੱਪ ਦੇ ਹੋਰ ਟਾਪੂ ਹਨ ਚੋਗਰਾ, ਟੈਰੇਸਾ, ਥੋਮਪੋਕਾ, ਚਮਤੋਰਾ, ਨਾਨਕੌਰੀ, ਟ੍ਰੈਕੇਟ, ਕੰਚਲ, ਪੋਮੇਲੇ, ਕੁਝ ਲਿਟਲ ਨਿਕੋਬਾਰ, ਗੇਟ ਨਿਕੋਬਾਰ, ਬਾਈ ਮਾਲਵੀ, ਤਿਲੰਗੇ ਚੰਗ, ਮੋਈ, ਟਸ, ਮੋਚੇਲ, ਟਰੈਕ ਅਤੇ ਕੁਬਰਾ। ਇਹਨਾਂ ਟਾਪੂਆਂ ਉੱਤੇ ਵਸਦੇ ਕਬੀਲਿਆਂ ਦੇ ਨਾਂ ਵੱਖਰੇ ਹਨ। ਇਹਨਾਂ ਵਿੱਚ ਰਕਬੇ ਅਨੁਸਾਰ ਗ੍ਰੇਟ ਨਿਕੋਬਾਰ ਸਭ ਤੋਂ ਵੱਡਾ ਟਾਪੂ ਹੈ। ਇਸ ਦਾ ਰਕਬਾ 333 ਵਰਗ ਮੀਲ ਹੈ, ਪਰ ਇਸ ਦੀ ਆਬਾਦੀ 5000 ਤੋਂ ਵੱਧ ਨਹੀਂ। ਥੰਪੋਕਾ ਟਾਪੂ ਦਾ ਰਕਬਾ 3.80 ਵਰਗ ਮੀਲ ਹੈ, ਪਰ ਇੱਥੋਂ ਦੀ ਆਬਾਦੀ ਕੇਵਲ 50 ਹੈ। ਬਾਕੀ ਟਾਪੂਆਂ ਵਿੱਚੋਂ ਬਹੁਤਿਆਂ ਉੱਤੇ ਆਬਾਦੀ ਬਿਲਕੁਲ ਨਹੀਂ। ਕਾਰ ਨਿਕੋਬਾਰ ਵਿੱਚ ਰਹਿੰਦੇ ਕਬੀਲਿਆਂ ਦੇ ਮੁੱਢ ਬਾਰੇ ਹਾਲੇ ਬਹੁਤਾ ਪਤਾ ਨਹੀਂ, ਪਰ ਇਹ ਗੱਲ ਪੱਕੀ ਹੈ ਕਿ ਇੱਥੇ ਹਰ ਜੰਗਲੀ ਕਬੀਲਿਆਂ ਵਾਂਗ ਲੋਕ ਬਹੁਤ ਜ਼ਿਆਦਾ ਸਦੀਆਂ ਤੋਂ ਨਹੀਂ ਰਹਿ ਰਹੇ। ਇਹ ਬਰਮਾ, ਮਲਾਇਆ, ਸਾਮ ਆਦਿ ਦੇਸ਼ਾਂ ਤੋਂ ਆਏ ਹਨ। ਨਿਕੋਬਾਰ ਦੀ ਧਰਤੀ ਬਹੁਤ ਉਪਜਾਊ ਤੇ ਹਰੀ ਭਰੀ ਹੈ। ਧਰਤੀ ਦੇ ਚੱਪੇ ਉੱਤੇ ਨਾਰੀਅਲਾਂ ਦੇ ਝੁੰਡ ਦਿਖਾਈ ਦਿੰਦੇ ਹਨ। ਇੱਥੇ ਸੁਪਾਰੀ ਦੀ ਖੇਤੀ ਵੀ ਹੁੰਦੀ ਹੈ। ਸੰਤਰਾ, ਨਿੰਬੂ, ਅੰਬ, ਅਮਰੂਦ, ਸੇਬ, ਪਪੀਤਾ, ਕੇਲਾ, ਅਨਾਨਾਸ ਤੇ ਕਟਹਲ ਇੱਥੇ ਹੋਣ ਵਾਲੇ ਫਲ ਹਨ।
ਕਾਜੂ ਵੀ ਇੱਥੇ ਕਾਫੀ ਹੁੰਦਾ ਹੈ। ਬੈਗਣ, ਲੱਕੀ, ਭਿੰਡੀ ਤੇ ਟਮਾਟਰ ਆਦਿ ਸਬਜ਼ੀਆਂ ਦੀ ਇੱਕ ਕਾਸ਼ਤ ਕੀਤੀ ਜਾਂਦੀ ਹੈ। ਇੱਥੇ ਕਬੂਤਰ, ਚਿੜੀ, ਤੋਤਾ, ਉੱਲੂ ਤੇ ਘੁੱਗੀ ਆਦਿ ਪੰਛੀ ਮਿਲਦੇ ਹਨ। ਇੱਥੇ ਖਤਰਨਾਕ ਜਾਨਵਰ ਨਹੀਂ ਮਿਲਦੇ। ਬਿੰਦੀ ਅੰਗਰੇਜ਼ਾਂ ਨੇ 1708 ਵਿੱਚ ਇਹਨਾਂ ਟਾਪੂਆਂ ਉੱਤੇ ਅਧਿਕਾਰ ਕਰ ਲਿਆ, ਪਰੰਤੂ ਭਾਰਤ ਵਿੱਚ ਇਸ ਨੂੰ 1869 ਵਿੱਚ ਹੀ ਸ਼ਾਮਿਲ ਕੀਤਾ ਗਿਆ। 1942 ਤੋਂ 1945 ਤੱਕ ਇੱਥੇ ਜਾਪਾਨੀਆਂ ਦਾ ਕਬਜ਼ਾ ਰਿਹਾ। ਅੰਡੇਮਾਨ ਤੇ ਨਿਕੋਬਾਰ ਦੇ ਸਾਰੇ ਟਾਪੂਆਂ ਦਾ ਪ੍ਰਬੰਧ ਚੀਫ ਕਮਿਸ਼ਨਰ ਰਾਹੀਂ ਕੀਤਾ ਜਾਂਦਾ ਹੈ, ਜਿਸ ਦਾ ਮੁੱਖ ਦਫ਼ਤਰ ਪੋਰਟ ਬਲੇਅਰ ਵਿੱਚ ਹੈ। ਨਿਕੋਬਾਰੀਆਂ ਦੇ ਘਰ ਬਹੁਤ ਪਿਆਰੇ ਤੇ ਸਾਫ਼ ਸੁਥਰੇ ਹਨ। ਇਹ ਮਜ਼ਬੂਤ ਬੱਲੀਆਂ ਦੇ ਸਹਾਰੇ ਜ਼ਮੀਨ ਤੋਂ ਉੱਚੇ ਬਣਾਏ ਜਾਂਦੇ ਹਨ। ਇਹਨਾਂ ਨੂੰ ਬਣਾਉਣ ਲਈ ਬਾਂਸ, ਨਾਰੀਅਲ ਤੇ ਹੋਰ ਦਰੱਖਤਾਂ ਦੀ ਲੱਕੜੀ ਅਤੇ ਪੱਤੇ ਵਰਤੇ ਜਾਂਦੇ ਹਨ। ਇਸ ਦੀ ਸ਼ਕਲ ਕੂਪ ਵਰਗੀ ਗੱਲ ਹੁੰਦੀ ਹੈ। ਘਰ ਅੰਦਰ ਦਾਖਲ ਹੋਣ ਲਈ ਪੌੜੀ ਹੁੰਦੀ ਹੈ। ਪੌੜੀਆਂ ਚੜ੍ਹਨ ਮਗਰੋਂ ਥੋੜ੍ਹੀ ਥਾਂ ਛੱਡ ਕੇ ਇੱਕ ਵੱਡਾ ਕਮਰਾ ਹੁੰਦਾ ਹੈ, ਜਿਸ ਦੀ ਲੰਬਾਈ ਚੜਾਈ 20x15 ਹੁੰਦੀ ਹੈ, ਜਿਸ ਵਿੱਚ ਸਾਰਾ ਪਰਿਵਾਰ ਰਹਿੰਦਾ ਹੈ। ਖਾਣਾ ਬਣਾਉਣ ਲਈ ਰਸੋਈ ਇਸ ਘਰ ਤੋਂ ਬਿਲਕੁਲ ਵੱਖਰੀ ਹੁੰਦੀ ਹੈ। ਪਿੰਡ ਦੇ ਇਕੱਠਾਂ ਤੇ ਪਾਰਟੀਆਂ ਲਈ ਇੱਕ ਸਾਂਝੀ ਥਾਂ ਹੁੰਦੀ ਹੈ। ਇਹ ਇੱਕ ਬਹੁਤ ਵੱਡਾ ਹਾਲ ਹੁੰਦਾ ਹੈ, ਜਿਸ ਨੂੰ ਐਲਪਾਨਮ ਕਹਿੰਦੇ ਹਨ। ਨਿਕੋਬਾਰੀਆਂ ਵਿੱਚ ਵਿਆਹ ਦੀ ਰਸਮ ਨੂੰ ਬਹੁਤ ਸਤਿਕਾਰ ਪ੍ਰਾਪਤ ਹੈ। ਆਮ ਕਰਕੇ ਇੱਕ ਮਰਦ ਦਾ ਇੱਕ ਔਰਤ ਨਾਲ ਵਿਆਹ ਹੀ ਪ੍ਰਚਲਿਤ ਹੈ। ਵਿਆਹ ਪਿੱਛੋਂ ਉਹ ਇੱਕ ਦੂਜੇ ਲਈ ਪੂਰੀ ਤਰ੍ਹਾਂ ਵਫ਼ਾਦਾਰ ਹੁੰਦੇ ਹਨ। ਸਾਰੇ ਨਿਕੋਬਾਰ ਦੀ ਆਬਾਦੀ ਪਿੰਡਾਂ ਦੀਆਂ ਇਕਾਈਆਂ ਵਿੱਚ ਵੰਡੀ ਹੋਈ ਹੈ। ਟਾਪੂ ਉੱਤੇ 15 ਦੇ ਕਰੀਬ ਪਿੰਡ ਹਨ। ਪਿੰਡ ਮੁਖੀ ਨੂੰ ਕੈਪਟਨ ਕਹਿੰਦੇ ਹਨ, ਜੋ ਲੋਕਾਂ ਰਾਹੀਂ ਚੁਣਿਆ ਜਾਂਦਾ ਹੈ। ਉਸ ਤੋਂ ਇਲਾਵਾ 2 ਛੋਟੇ ਕੈਪਟਨ ਵੀ ਚੁਣੇ ਜਾਂਦੇ ਹਨ। ਸਾਰੇ ਪਿੰਡਾਂ ਦੇ ਕੈਪਟਨ ਤੇ ਹੋਰ ਅਹੁਦੇਦਾਰ ਇਕੱਠੇ ਹੋ ਕੇ ਇੱਕ ਵਾਈਸ ਚੀਫ ਕੈਪਟਨ ਚੁਣਦੇ ਹਨ। ਹਰ ਪਿੰਡ ਦੀ ਆਪਣੀ ਸਹਿਕਾਰੀ ਸੁਸਾਇਟੀ ਹੁੰਦੀ ਹੈ, ਜੋ ਪਿੰਡਾਂ ਦਾ ਸਾਰਾ ਨਾਰੀਅਲ ਤੇ ਸੁਪਾਰੀ ਇਕੱਠੀ ਕਰਦੀ ਹੈ। ਹਰ ਪਿੰਡ ਵਾਸੀ ਨੂੰ ਉਸੇ ਸਮੇਂ ਹੀ ਉਸ ਦੀ ਅਦਾਇਗੀ ਕਰ ਦਿੱਤੀ ਜਾਂਦੀ ਹੈ। ਪਿੰਡ ਦੇ ਅਹੁਦੇਦਾਰ ਆਪਸ ਵਿੱਚ ਮਹੀਨੇ ਵਿੱਚ 2 ਵਾਰੀ ਮਿਲਦੇ ਹਨ। ਸਾਰੇ ਟਾਪੂਆਂ ਦੇ ਅਹੁਦੇਦਾਰ 6 ਮਹੀਨਿਆਂ ਵਿੱਚ ਇੱਕ ਵਾਰੀ ਜ਼ਰੂਰ ਮਿਲਦੇ ਹਨ। ਪਿੰਡ ਦੇ ਬਹੁਤੇ ਸਕੂਲਾਂ ਦਾ ਪ੍ਰਬੰਧ ਚਰਚ ਕਰਦਾ ਹੈ। ਰੇਹੜੀ ਚਲਾਉਣ, ਕੁਸ਼ਤੀ ਕਰਨਾ ਤੇ ਸੂਰਾਂ ਦੀ ਲੜਾਈ ਇਹਨਾਂ ਦੇ ਸ਼ੌਂਕ ਹਨ। ਬਹੁਤੇ ਨਿਕੋਬਾਰੀ ਈਸਾਈ ਧਰਮ ਨੂੰ ਮੰਨਦੇ ਹਨ। ਕੁਝ ਲੋਕ ਮੁਸਲਿਮ ਧਰਮ ਦੇ ਪੈਰੋਕਾਰ ਵੀ ਹਨ। ਇਹ ਕਦੀ ਮਿਨੀਕੋਏ ਅਤੇ ਗੁਜਰਾਤ ਤੇ ਆਏ ਹਨ। ਇਹਨਾਂ ਵਿੱਚ ਬਹੁਤਿਆਂ ਨੇ ਨਿਕੋਬਾਰੀਆਂ ਨਾਲ ਵਿਆਹ ਕਰਾ ਲਏ ਹਨ। ਹੁਣ ਇਹਨਾਂ ਨੂੰ ਨਿਕੋਬਾਰੀ ਮੁਸਲਿਮ ਕਿਹਾ ਜਾਂਦਾ ਹੈ। ਕਾਰ ਨਿਕੋਬਾਰ ਦਾ ਪਹਿਲਾ ਚਰਚ 1903 ਵਿੱਚ ਮਸ ਵਿਖੇ ਬਣਾਇਆ ਗਿਆ। ਇਹਨਾਂ ਸਾਰੇ ਟਾਪੂਆਂ ਵਿੱਚ 16 ਦੇ ਲਗਭਗ ਚਰਚ ਹਨ। ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰਾਰਥਨਾ ਘਰ ਵੀ ਹਨ। ਨਿਕੋਬਾਰੀਆਂ ਦੀ ਸਭ ਤੋਂ ਵੱਡੀ ਸ਼ਖਸੀਅਤ ਤੇ ਆਗੂ ਪਾਦਰੀ ਜੋਹਨ ਰਿਚਰਡਸਨ ਸਨ, ਜਿਸ ਦੀ 3 ਜੂਨ 1978 ਨੂੰ ਮੌਤ ਹੋ ਗਈ। ਰਿਚਰਡਸਨ ਦੀ ਮਾਨਤਾ ਨਿਕੋਬਾਰ ਤੋਂ ਇਲਾਵਾ ਅੰਡੇਮਾਨ ਟਾਪੂਆਂ ਵਿੱਚ ਵੀ ਹੈ। ਇਸੇ ਪਾਦਰੀ ਕਾਰਨ ਹੀ ਜ਼ਿਲ੍ਹਿਆਂ ਵਿੱਚ ਈਸਾਈ ਧਰਮ ਫੈਲਿਆ ਤੇ ਲੋਕਾਂ ਵਿੱਚ ਨਵੀਂ ਚੇਤਨਾ ਪੈਦਾ ਹੋਈ। ਨਿਕੋਬਾਰ ਦੀ ਧਰਤੀ ਸਵਰਗ ਦਾ ਨਮੂਨਾ ਹੈ। ਇੱਥੇ ਕਦੇ ਕੋਈ ਵੱਡਾ ਜ਼ੁਰਮ ਨਹੀਂ ਕੀਤਾ। ਚੋਰੀ, ਕਤਲ, ਬਲਾਤਕਾਰ ਆਦਿ ਦੀਆਂ ਘਟਨਾਵਾਂ ਇੱਥੇ ਨਾ ਦੇ ਬਰਾਬਰ ਹਨ। ਅੱਜ ਨਿਕੋਬਾਰ ਆਧੁਨਿਕ ਸਹੂਲਤਾਂ ਨਾਲ ਅੱਗੇ ਵਧ ਰਿਹਾ ਹੈ। ਜ਼ਿਲ੍ਹੇ 'ਚ 2 ਸੀਨੀਅਰ ਸੈਕੰਡਰੀ ਸਕੂਲ ਹਨ। ਕਾਰ ਨਿਕੋਬਾਰ ਵਿੱਚ ਇੱਕ 74 ਬਿਸਤਰਿਆਂ ਦਾ ਹਸਪਤਾਲ ਹੈ ਤੇ ਕਮੇਟੀ ਵਿੱਚ 37 ਬਿਸਤਰਿਆਂ ਦਾ। ਕਪੋਸੈਲ ਵਿੱਚ ਵੀ ਇੱਕ ਹਸਪਤਾਲ ਹੈ। ਇਸ ਟਾਪੂ ਵਿੱਚ ਡਾਕ ਤੇ ਟੈਲੀਫੋਨ ਦਾ ਪ੍ਰਬੰਧ ਵੀ ਹੈ। 1950 ਵਿੱਚ ਕਾਰ ਨਿਕੋਬਾਰ ਦੇ ਸਾਰੇ ਪਿੰਡਾਂ ਨੇ ਮਿਲ ਕੇ ਇੱਕ ਸਹਿਕਾਰੀ ਸੁਸਾਇਟੀ ਬਣਾਈ ਸੀ। ਅੱਜ ਬੱਚੇ ਸਕੂਲਾਂ ਵਿੱਚ ਪੜ੍ਹਨ ਜਾਂਦੇ ਹਨ। ਸਾਰੇ ਟਾਪੂ ਵਿੱਚ ਪੱਕੀਆਂ ਸੜਕਾਂ ਬਣੀਆਂ ਹੋਈਆਂ ਹਨ। ਇੱਥੇ ਇੱਕ ਵਧੀਆ ਸੀਨੀਅਰ ਸੈਕੰਡਰੀ ਸਕੂਲ, 5 ਸੀਨੀਅਰ ਬੇਸਿਕ ਸਕੂਲ ਤੇ ਹਰ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ। 15 ਵਿੱਚੋਂ 10 ਪਿੰਡਾਂ ਵਿੱਚ ਬਿਜਲੀ ਦਾ ਤੇ ਪੀਣ ਦੇ ਪਾਣੀ ਦਾ ਪ੍ਰਬੰਧ ਹੈ। ਇਸ ਤਰ੍ਹਾਂ ਅੱਜ ਨਿਕੋਬਾਰ ਅੱਗੇ ਵਧ ਰਿਹਾ ਹੈ।